ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਅੱਜ ਦੀ ਕਲਾਸ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਸਾਹਿਤਕ ਕਿਰਨਾਂ ਭਾਗ ਦੂਜਾ ਵਿੱਚ ਦਰਜ ਕਵੀ ਕਸ਼ਮੀਰ ਨੀਰ ਦੀ ਗਜ਼ਲ ਗੁੰਮ ਨੇ ਰਸੋਈ ਵਿੱਚੋਂ ਦੇ ਅਰਥ ਕਰਾਂਗੇ। ਇਸ ਗਜ਼ਲ ਵਿੱਚ ਕਵੀ ਨੇ ਸਾਡੇ ਸੱਭਿਆਚਾਰ ਵਿੱਚ ਆਈ ਤਬਦੀਲੀ ਨੂੰ ਪੇਸ਼ ਕੀਤਾ ਹੈ। ਹੁਣ ਜਿਵੇਂ ਬੇਟੇ, ਗੁੰਮ ਨੇ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ। ਚਾਟੀ ਹੁੰਦੀ ਆ ਬੇਟੇ ਦੁੱਧ ਰਿੜਕਣ ਵਾਲਾ ਮਿੱਟੀ ਦਾ ਭਾਂਡਾ। ਬਰਗਰਾਂ ਤੇ ਪੀਜ਼ਿਆਂ ਨੇ ਪੱਟੀਆਂ ਸਵਾਣੀਆਂ। ਭਾਵ ਹੁਣ ਸਾਡੀ ਰਸੋਈ ਦੇ ਵਿੱਚੋਂ ਚਾਟੀਆਂ ਅਤੇ ਮਧਾਣੀਆਂ ਗੁੰਮ ਹੋ ਗਈਆਂ ਹਨ। ਹੁਣ ਸਾਡੇ ਘਰਾਂ ਵਿੱਚ ਸਵੇਰੇ ਦਹੀਂ ਰਿੜਕਣ ਲਈ ਚਾਟੀਆਂ ਵਿੱਚ ਘੁੰਮਦੀਆਂ ਮਧਾਣੀਆਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਹੁਣ ਬਰਗਰਾਂ ਅਤੇ ਪੀਜ਼ਿਆਂ ਨੇ ਸਾਡੀਆਂ ਸਵਾਣੀਆਂ ਪੱਟ ਛੱਡੀਆਂ ਹਨ। ਭਾਵ ਉਹਨਾਂ ਦਾ ਧਿਆਨ ਆਪਣੇ ਪੁਰਾਣੇ ਪਰੰਪਰਾਗਤ ਖਾਣੇ ਵੱਲੋਂ ਜਿਵੇਂ ਉਖੜ ਗਿਆ ਹੈ। ਖਾਣ ਪੀਣ ਪਹਿਰਾਵਾ ਆਪਣਾ ਗੁਆਚਿਆ, ਬਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਪੱਛਮੀ ਹਵਾਵਾਂ ਤੋਂ ਭਾਵ ਆ ਬੇਟੇ ਪੱਛਮੀ ਦੇਸ਼ਾਂ ਦਾ ਪ੍ਰਭਾਵ। ਹੁਣ ਸਾਡਾ ਪੁਰਾਣਾ ਖਾਣ ਪੀਣ ਅਤੇ ਪਹਿਰਾਵਾ ਗੁਆਚ ਗਿਆ ਹੈ, ਭਾਵ ਬਦਲ ਗਿਆ ਹੈ, ਕਿਉਂਕਿ ਹੁਣ ਮਾਰੂ ਪੱਛਮੀ ਹਵਾਵਾਂ ਚੱਲ ਪਈਆਂ ਹਨ। ਸਾਡੀ ਸੱਭਿਅਤਾ 'ਤੇ ਪੱਛਮੀ ਸੱਭਿਅਤਾ ਦਾ ਬਹੁਤ ਪ੍ਰਭਾਵ ਪਿਆ ਹੈ। ਏਸੀ ਕੂਲਰਾਂ ਦੇ ਹੁਣ ਹੋ ਗਏ ਮਥਾਜ ਨੇ, ਜਿਹੜੀਆਂ ਜਵਾਨਾਂ ਹਿੱਕਾਂ ਲੂਆਂ 'ਚ ਸੀ ਤਾਣੀਆਂ। ਹੁਣ ਸਾਡੇ ਉਹ ਨੌਜਵਾਨ ਏਸੀ ਅਤੇ ਕੂਲਰਾਂ ਦੇ ਮਥਾਜ ਹੋ ਗਏ ਹਨ, ਜਿਨ੍ਹਾਂ ਨੇ ਗਰਮ ਹਵਾਵਾਂ ਵਿੱਚ ਆਪਣੀਆਂ ਹਿੱਕਾਂ ਤਾਣੀਆਂ ਸਨ। ਭਾਵ ਤਪਦੀ ਹਵਾ ਵਿੱਚ ਕੰਮ ਕੀਤਾ ਸੀ। ਲੂਆਂ ਹੁੰਦੀਆਂ ਨੇ ਬੇਟੇ ਗਰਮ ਹਵਾਵਾਂ। 9-9 ਇੰਚ ਗੱਦਿਆਂ 'ਤੇ ਹੁੰਦੀਆਂ ਨਸੀਬਨਾਂ, ਨੀਂਦਰਾਂ ਜੋ ਦਿੰਦੀਆਂ ਸੀ ਮੰਜੀਆਂ ਅਲਾਣੀਆਂ। ਅਲਾਣੀ ਮੰਜੀ ਤੋਂ ਭਾਵ ਹੁੰਦਾ ਬੇਟੇ ਬਿਨਾਂ ਬਿਸਤਰੇ ਦੇ ਬਾਣ ਦੀ ਮੰਜੀ। ਜਿਹੜੀ ਨੀਂਦ 9-9 ਇੰਚ ਦੇ ਗੱਦਿਆਂ 'ਤੇ ਵੀ ਨਹੀਂ ਆਉਂਦੀ, ਉਹ ਬਿਨਾਂ ਬਿਸਤਰੇ ਦੇ ਬਾਣ ਦੀ ਮੰਜੀ 'ਤੇ ਆ ਜਾਂਦੀ ਸੀ। ਦੌਰੀ ਡੰਡੇ ਚੱਕੀਆਂ ਉਖਲੀਆਂ ਤੇ ਚਰਖੇ। ਦੌਰੀ ਡੰਡਾ ਹੁੰਦਾ ਬੇਟੇ ਕੁੰਡੀ ਸੋਟਾ, ਮਿਰਚ ਮਸਾਲਾ ਕੁੱਟਣ ਵਾਲਾ। ਚੱਕੀ ਹੁੰਦੀ ਆ ਆਟਾ ਪੀਸਣ ਵਾਲੀ। ਉਖਲੀ ਆ ਜਿਹੜੀ ਉਹ ਵੀ ਕੁੰਡੀ ਸੋਟੇ ਵਾਂਗੇ ਹੁੰਦਾ, ਉਖਲੀ ਮੋਲਾ ਵੀ, ਪਰ ਉਖਲੀ ਆ ਜਿਹੜੀ ਉਹ ਲੱਕੜ ਦੀ ਬਣੀ ਹੁੰਦੀ ਆ। ਸੈਂਕੜੇ ਹੀ ਮੋਈਆਂ ਚੀਜ਼ਾਂ ਹੋ ਕੇ ਨਿਮਾਣੀਆਂ। ਦੌਰੀ ਡੰਡੇ, ਚੱਕੀਆਂ, ਉਖਲੀਆਂ ਤੇ ਚਰਖੇ ਵਰਗੀਆਂ ਸੈਂਕੜੇ ਹੀ ਚੀਜ਼ਾਂ ਨਿਮਾਣੀਆਂ ਹੋ ਕੇ ਮਰ ਗਈਆਂ ਹਨ। ਭਾਵ ਸਾਰੀਆਂ ਚੀਜ਼ਾਂ ਅਲੋਪ ਹੋ ਗਈਆਂ ਹਨ। ਭਾਵ ਹੁਣ ਇਹਨਾਂ ਦੀ ਵਰਤੋਂ ਨਹੀਂ ਹੁੰਦੀ, ਸਗੋਂ ਇਹਨਾਂ ਦੀ ਥਾਂ 'ਤੇ ਨਵੇਂ ਢੰਗ ਤਰੀਕੇ ਸਾਹਮਣੇ ਆ ਗਏ ਹਨ। ਖੁਰਲੀ ਤੋਂ ਬੈਠ ਕੇ ਬਲਦ ਕਿੱਥੇ ਤੁਰ ਗਏ। ਬੈਠ ਕੇ ਹੁੰਦੇ ਨੇ ਬੇਟੇ ਬੱਚੇ। ਕਿੱਥੇ ਗਈਆਂ ਕਿੱਲੀਆਂ ਤੋਂ ਘੁੰਗਰੂ ਪੁਰਾਣੀਆਂ। ਪੁਰਾਣੀ ਹੁੰਦੀ ਆ ਬਲਦਾਂ ਨੂੰ ਹੱਕਣ ਵਾਲੀ। ਖੁਰਲੀ ਤੋਂ ਬੱਚੇ ਅਤੇ ਬਲਦ ਵੀ ਪਤਾ ਨਹੀਂ ਹੁਣ ਕਿੱਥੇ ਚਲੇ ਗਏ ਹਨ। ਹੁਣ ਉਹ ਵੀ ਖੁਰਲੀ 'ਤੇ ਨਜ਼ਰ ਨਹੀਂ ਆਉਂਦੇ। ਹੁਣ ਕਿੱਲੀਆਂ ਤੋਂ ਘੁੰਗਰੂ ਤੇ ਪੁਰਾਣੀਆਂ ਵਰਗੀਆਂ ਚੀਜ਼ਾਂ ਵੀ ਪਤਾ ਨਹੀਂ ਕਿੱਥੇ ਚਲੀਆਂ ਗਈਆਂ ਹਨ। ਹੁਣ ਤਾਂ ਸਮਝ ਅਸੀਂ ਸਕਦੇ ਹਾਂ, ਤਾਈਓ ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ। ਭਾਵ ਕਿ ਹੁਣ ਤਾਂ ਅਸੀਂ ਆਪਣੀਆਂ ਕਹਾਣੀਆਂ ਨੂੰ ਤਾਂ ਹੀ ਸਮਝ ਸਕਦੇ ਹਾਂ ਜੇਕਰ ਸਾਨੂੰ ਇਹ ਕਹਾਣੀਆਂ ਅੰਗਰੇਜ਼ੀ ਵਿੱਚ ਦੱਸੀਆਂ ਜਾਣ। ਕਵੀ ਇਹ ਵਿਅੰਗ ਕਰਦਾ ਕਹਿੰਦਾ ਹੈ ਕਿ ਹੁਣ ਗੱਲ ਸਾਨੂੰ ਆਪਣੀ ਭਾਸ਼ਾ ਨਾਲੋਂ ਅੰਗਰੇਜ਼ੀ ਵਿੱਚ ਵੱਧ ਸਮਝ ਆਉਂਦੀ ਹੈ। ਦਿਲ ਮੋਹ ਪਿਆਰ ਆਪਣੱਤ ਸਾਂਝ ਛੱਡ ਗਏ। ਆਪਣੱਤ ਹੁੰਦਾ ਬੇਟੇ ਆਪਣਾਪਣ। ਸਾਡੀਆਂ ਹੋ ਗਈਆਂ ਜੀਣ ਜੁਗਤਾਂ ਨਿਤਾਣੀਆਂ। ਜੀਣ ਜੁਗਤਾਂ
ਭਾਵ ਜੀਵਨ ਜਿਉਣ ਦਾ ਢੰਗ। ਨਿਤਾਣੀਆਂ ਸ਼ਕਤੀਹੀਨ। ਹੁਣ ਤਾਂ ਸਾਡੇ ਦਿਲ ਮੋਹ ਪਿਆਰ, ਆਪਣੇਪਣ ਅਤੇ ਸਾਂਝ ਨੂੰ ਛੱਡ ਗਏ ਹਨ। ਹੁਣ ਤਾਂ ਸਾਡੀਆਂ ਜਿਉਣ ਦੀਆਂ ਜੁਗਤਾਂ ਹੀ ਨਿਤਾਣੀਆਂ ਹੋ ਗਈਆਂ ਹਨ, ਭਾਵ ਇਹਨਾਂ ਵਿੱਚ ਕੋਈ ਤਾਕਤ ਨਹੀਂ ਰਹੀ। ਨੀਰ ਪਿੱਛ ਲੱਗ ਸਭ ਹੋਏ ਅੰਗਰੇਜ਼ ਦੇ। ਪਿੱਛ ਲੱਗ ਹੁੰਦਾ ਬੇਟੇ ਪਿੱਛੇ ਲੱਗਣ ਵਾਲੇ, ਰੀਸ ਕਰਨ ਵਾਲੇ। ਆਪਣੀ ਗੁਆਈਏ ਪਛਾਣ ਪੰਜ ਪਾਣੀਆਂ, ਗੁਆਈ ਭਾਵ ਗੁਆ ਲਈ। ਪੰਜਾਬੀ ਸੱਭਿਆਚਾਰ ਵਿੱਚ ਆਈ ਤਬਦੀਲੀ ਬਾਰੇ ਜਾਣਕਾਰੀ ਦਿੰਦਾ ਕਵੀ ਦੱਸਦਾ ਹੈ ਕਿ ਅਸੀਂ ਸਾਰੇ ਅੰਗਰੇਜ਼ਾਂ ਦੇ ਪਿੱਛਲੱਗ ਹੋ ਗਏ ਹਾਂ, ਭਾਵ ਉਹਨਾਂ ਦੀ ਰੀਸ ਕਰਦੇ ਹਾਂ। ਅਸੀਂ ਪੱਛਮੀ ਸੱਭਿਆਚਾਰ ਦੀ ਇੰਨੀ ਨਕਲ ਕਰਦੇ ਹਾਂ ਕਿ ਪੰਜ ਪਾਣੀਆਂ ਦੀ ਧਰਤੀ 'ਤੇ ਰਹਿਣ ਵਾਲੇ ਲੋਕਾਂ ਭਾਵ ਪੰਜਾਬੀਆਂ ਨੇ ਆਪਣੀ ਪਛਾਣ ਹੀ ਗਵਾ ਲਈ ਹੈ। ਹਰ ਪਾਸੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਹੀ ਦਿਖਾਈ ਦੇ ਰਿਹਾ ਹੈ। ਪਿਆਰੇ ਵਿਦਿਆਰਥੀਓ, ਇਸ ਗਜ਼ਲ ਵਿੱਚ ਸ਼ਾਇਰ ਕਸ਼ਮੀਰ ਨੀਰ ਨੇ ਪੰਜਾਬੀ ਸੱਭਿਆਚਾਰ ਦੇ ਬਦਲਦੇ ਰੂਪ ਨੂੰ ਪੇਸ਼ ਕੀਤਾ ਹੈ। ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਸਾਡਾ ਰਹਿਣ ਸਹਿਣ, ਸਾਡਾ ਖਾਣ ਪੀਣ, ਪਹਿਰਾਵਾ ਆਦਿ ਸਭ ਕੁਝ ਬਦਲ ਗਿਆ ਹੈ, ਭਾਵ ਸਾਡੇ ਘਰਾਂ ਦੀ ਨੁਹਾਰ ਹੀ ਬਦਲ ਗਈ ਹੈ। ਅਸੀਂ ਅੰਨ੍ਹੇਵਾਹ ਪੱਛਮੀ ਸੱਭਿਆਚਾਰ ਦੀ ਨਕਲ ਕਰ ਰਹੇ ਹਾਂ। ਇਹ ਰੁਝਾਨ ਲਗਾਤਾਰ ਵੱਧ ਰਿਹਾ ਹੈ। ਅਸੀਂ ਪੱਛਮੀ ਸੱਭਿਅਤਾ ਦੀ ਇੰਨੀ ਨਕਲ ਕਰ ਰਹੇ ਹਾਂ ਕਿ ਆਪਣੀ ਪਛਾਣ ਹੀ ਗਵਾ ਲਈ ਹੈ। ਹਰ ਪਾਸੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ।